सत संगत मेला दो कड़ियाँ, सत संगत मेला दो कड़ियाँ। कोई कारण नसीबां वाले, सत संगत मेला दो कड़ियाँ, सत संगत मेला दो कड़ियाँ। कोई कारण नसीबां वाले, सत संगत मेला दो कड़ियाँ, सत संगत मेला दो कड़ियाँ। कबीर एक घड़ी आदि करी, आदि हुंते आद भगतन सेती गोष्ठे। जो कीने सो लाभ सत्कार जो साध संगत जी आओ सारी फतेह बुलाओ। गज के आखो वाहिगुरु जी का खालसा, वाहिगुरु जी की फतेह। भूमिका बन्नण दा भी समा नहीं है, इस करके आपां इक्को गल ते गौर करनी है। गुरु घर दे वेद व्यास होए ने भाई साहब भाई गुरदास जी। साध संगत जी, दुनिया दे विच बहुत सारे धर्म ने अते बहुत सारे उन्हां दे पैरोकार ने। ਵੱਖੋ ਵੱਖਰੇ ਰਾਹ ਹੋ ਸਕਦੇ ਨੇ, ਵੱਖੋ ਵੱਖਰੇ ਢੰਗ ਹੋ ਸਕਦੇ ਨੇ, ਵੱਖੋ ਵੱਖਰੇ ਧਰਮ ਹੋ ਸਕਦੇ ਨੇ, ਵੱਖੋ ਵੱਖਰਾ ਤਰੀਕਾ ਪੂਜਣ ਦਾ ਤੇ ਮੰਨਣ ਦਾ ਹੋ ਸਕਦਾ ਹੈ, ਪਰ ਸਾਰੇ ਰਸਤੇ ਜਾਂਦੇ ਰੱਬ ਦੇ ਘਰ ਨੂੰ ਹੀ ਨੇ। ਇੱਕ ਆਦਮੀ ਹੈ, ਇਨਸਾਨ ਹੈ, ਉਹਨੂੰ ਕੋਈ ਤਾਂ ਕਹਿੰਦਾ ਪਿਤਾ ਜੀ, ਕੋਈ ਉਸ ਨੂੰ ਕਹਿੰਦਾ ਭਰਾਤਾ ਜੀ, ਕੋਈ ਉਸ ਨੂੰ ਕਹਿੰਦਾ ਮਾਮਾ ਜੀ, ਕੋਈ ਮਾਸੜ ਜੀ, ਕੋਈ ਤਾਇਆ ਜੀ, ਕੋਈ ਕਹਿੰਦਾ ਪੁੱਤਰ ਜੀ। रिश्ते किन्ने हो गए, पर है तो इको ही ना। कोई कहता वाहिगुरु, कोई कहता राम, कोई कहता अल्लाह, कोई कहता गॉड, कोई कहता विष्णु जी, कोई कहता शिव जी भगवान जी। है स्वरूप उहदे ही ने, पर भगवान परमात्मा परमेश्वर रब अकाल पुरख वो इको ही है। और सारियां दे मन विच हुंदी है भी सानू परमात्मा की खुशी मिल जाए, असी चाहे किसी भी धर्म तो बिलोंग करते होइए। सनातन वीर चाहुंदे ने साडे ते राम भगवान खुश हो जाण। इस्लामिक मत दे धारनी कहंदे ने मुहम्मद साहिब खुश हो जाण। ते ओ जिहड़े बाहरले लोग ने वो कहते जीसस क्राइस्ट जिहड़े ने वो साडे ते खुश हो जाण। सिख चाहुंदे ने वाहिगुरु दी खुशी मिले। सारियां दा मोटिव तां इक्को ही है ना भी सानू खुशी मिले। ये गल हुण ध्यान देना साध संगत जी, कोई बंदा परमेश्वर की खुशी लेना चाहुंदा है, पर उन्होंने तरीका नहीं पता मैं खुशी किवें लवां। गुरु घर दे वेद व्यास भाई गुरदास साहिब जी एक दो बचन करके कहते ने, जैसे तो चंपक बेल विविध विथार चार। चंबे दी वेल दी गल हो रही है।
ਚੰਬੇ ਦੀ ਜਿਹੜੀ ਵੇਲ ਹੁੰਦੀ ਉਹਦਾ ਬਹੁਤ ਵੱਡਾ ਵਿਸਥਾਰ ਹੁੰਦਾ ਹੈ। ਫੁੱਲ ਵੀ ਹੁੰਦੇ ਨੇ, ਪੱਤੇ ਵੀ ਹੁੰਦੇ ਨੇ। ਜੈਸਾ ਤੋ ਚੰਪਕ ਬੇਲ ਵਿਵਿਧ ਵਿਥਾਰ ਚਾਰ, ਬਾਸਨਾ ਪ੍ਰਗਟ ਹੋਤ ਫੁੱਲ ਹੀ ਮੈਂ ਆਇਕ ਹੈ। ਜੇ ਚੰਬੇ ਦੀ ਵੇਲ ਦੀ ਵਾਸ਼ਨਾ, ਉਹਦੇ ਫੁੱਲਾਂ ਦੀ ਵਾਸ਼ਨਾ ਲੈਣੀ ਹੋਵੇ, ਦੂਰ ਖੜੇ ਕਰੇ ਜਾਈਏ ਵੀ ਇਹਦੀ ਵਾਸ਼ਨਾ ਪਤਾ ਨਹੀਂ ਕਿਹੋ ਜਿਹੀ ਹੋਵੇਗੀ, ਦੂਰੋਂ ਖੜ ਕੇ ਤਾਂ ਪਤਾ ਲੱਗਣਾ ਹੀ ਨਹੀਂ। ਚੰਬੇ ਦੀ ਵੇਲ ਦੇ ਕੋਲ ਜਾਣਾ ਪਵੇਗਾ, ਉਹਦੇ ਫੁੱਲ ਨੂੰ ਸੁੰਘਣਾ ਪਵੇਗਾ, ਫਿਰ ਆਪਾਂ ਅਹਿਸਾਸ ਤੇ ਮਹਿਸੂਸ ਕਰ ਸਕਦੇ ਹਾਂ ਵੀ ਇਹਦੀ ਵਾਸ਼ਨਾ, ਇਹਦੀ ਸੁਗੰਧੀ, ਇਹਦੀ ਬਿਊਟੀ ਕਿਹੋ ਜਿਹੀ ਹੈ, ਇਹਦੀ ਸੁਗੰਧ ਕਿਹੋ ਜਿਹੀ ਹੈ। ਫੁੱਲ ਦੇ ਕੋਲ ਜਾਣਾ ਪਵੇਗਾ ਨਾ। ਦੂਜੀ ਗੱਲ ਕਹਿੰਦੇ ਹਨ, ਜੈਸੇ ਦ੍ਰੁਮ ਦੀਰਘ ਸਵਰੂਪ ਦੇਖੀਏ ਪ੍ਰਸਿੱਧ। ਕੋਈ ਫਲਦਾਰ ਦਰਖਤ ਹੋਵੇ, ਜਿਸ ਤਰ੍ਹਾਂ ਕੋਈ ਅੰਬ ਦਾ ਦਰਖਤ ਹੁੰਦਾ, ਉਹਦਾ ਬਹੁਤ ਵੱਡਾ ਵਿਸਥਾਰ ਹੁੰਦਾ ਹੈ, ਬਹੁਤ ਵੱਡਾ ਤਣਾ ਹੋ ਗਿਆ, ਟਾਹਣੀਆਂ ਹੋ ਗਈਆਂ, ਪੱਤੇ ਹੋ ਗਏ। ਜੈਸੇ ਦ੍ਰੁਮ ਦੀਰਘ ਸਵਰੂਪ ਦੇਖੀਏ ਪ੍ਰਸਿੱਧ, ਸਵਾਦ ਰਸ ਹੋਤ ਫਲ ਹੀ ਮੈਂ ਪੁੰਨ ਆਇਕ ਹੈ। ਜੇ ਕਿਸੇ ਨੇ ਉਹ ਫਲ ਦਾ ਸਵਾਦ ਲੈਣਾ ਹੋਵੇ, ਉਹ ਥੱਲੇ ਖੜਾ ਹੀ ਕਰੀ ਜਾਵੇ, ਇਹ ਤਾਂ ਮਿੱਠਾ ਹੋਵੇਗਾ, ਇਹ ਤਾਂ ਕੌੜਾ ਹੋਵੇਗਾ, ਉਹਦੇ ਉੱਤੇ ਤੁਹਾਨੂੰ ਕੋਈ ਵੀ ਕਨਫਰਮੇਸ਼ਨ ਨਹੀਂ ਕਰੇਗਾ ਵੀ ਇਹ ਤੂੰ ਕੀ ਕਹਿ ਰਿਹਾ ਹੈ। ਉਹਦੇ ਤੇ ਮੋਹਰ ਨਹੀਂ ਲੱਗੇਗੀ ਵੀ ਇਹ ਖੱਟਾ ਹੈ ਜਾਂ ਮਿੱਠਾ ਹੈ। ਜੇ ਸਵਾਦ ਲੈਣਾ ਹੈ ਤਾਂ ਉਹ ਦਰਖਤ ਦਾ ਜਿਹੜਾ ਫਲ ਹੈ ਤੋੜ ਕੇ ਚਖਣਾ ਪਵੇਗਾ, ਛਕਣਾ ਪਵੇਗਾ, ਖਾਣਾ ਪਵੇਗਾ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇਹ ਫਲ ਕਿੰਨਾ ਕੁ ਮਿੱਠਾ ਹੈ ਜਾਂ ਖੱਟਾ ਹੈ। ਉਦਮ ਕਰਨਾ ਪਵੇਗਾ। ਆਪਾਂ ਕਹਿ ਦਿੰਦੇ ਆ ਵੀ ਪਰਮੇਸ਼ਰ ਰੋਜੀ ਦਿੰਦਾ ਹੈ, ਦੇਣ ਵਾਲਾ ਤਾਂ ਉਹੀ ਹੈ, ਉਹ ਕਾਰਨ ਬਣਾ ਦਿੰਦਾ ਉਹੋ ਜਿਹੇ ਰੋਜੀ ਦੇ। ਪਰ ਹੁਣ ਜੇ ਕਿਸੇ ਦੇ ਸਾਹਮਣੇ ਥਾਲ ਪਿਆ ਹੋਵੇ, ਹੁਣ ਤੁਸੀਂ ਸਾਰਿਆਂ ਨੇ ਸਮਾਪਤੀ ਤੋਂ ਬਾਅਦ ਲੰਗਰ ਛਕਣਾ ਹੀ ਹੈ, ਸੇਵਾਦਾਰਾਂ ਨੇ ਵਰਤਾ ਵੀ ਦੇਣਾ, ਭਾਂਡੇ ਵਾਲੇ ਨੇ ਭਾਂਡੇ ਦੇ ਜਾਣੇ ਨੇ, ਸਬਜ਼ੀ ਵਾਲੇ ਨੇ ਸਬਜ਼ੀ ਪਾ ਦੇਣੀ ਹੈ, ਪ੍ਰਸ਼ਾਦਿਆਂ ਵਾਲੇ ਨੇ ਪ੍ਰਸ਼ਾਦੇ ਦੇ ਦੇਣੇ ਨੇ, ਜਲ ਵਾਲੇ ਨੇ ਜਲ ਪਾ ਦੇਣਾ। ਹੁਣ ਤੁਸੀਂ ਕਹੋਗੇ ਵੀ ਉਹ ਸਾਹਮਣੇ ਥਾਲ ਪਿਆ ਹੈ, ਤੁਸੀਂ ਆਖੋ ਵੀ ਰੱਬ ਢਿੱਡ ਭਰ ਦੇਵੇ, ਹੁਣ ਰੱਬ ਬੁਰਕੀਆਂ ਥੋੜੀ ਪਾਊਗਾ ਮੂੰਹ ਦੇ ਵਿੱਚ ਤੋੜ ਕੇ। ਇੰਨੀ ਕਿ ਹਿੰਮਤ ਤਾਂ ਆਪ ਕਰਨੀ ਪੈਣੀ ਹੈ ਨਾ। ਜੇ ਪ੍ਰਸ਼ਾਦਾ ਛਕਣਾ ਹੈ, ਢਿੱਡ ਭਰਨਾ ਹੈ, ਭੁੱਖ ਮਿਟਾਉਣੀ ਹੈ, ਉਹ ਪ੍ਰਸ਼ਾਦੇ ਦੇ ਵਿੱਚੋਂ ਬੁਰਕੀ ਤੋੜ ਕੇ ਸਬਜ਼ੀ ਨਾਲ ਲਗਾ ਕੇ ਮੂੰਹ ਦੇ ਨਾਲ ਚਿੱਥ ਕੇ ਅੰਦਰ ਲਗਾਵਾਂਗੇ, ਫੇਰ ਹੀ ਕਿਤੇ ਢਿੱਡ ਦੀ ਅੱਗ ਬੁਝੇਗੀ। ਇੰਨੀ ਕਿ ਹਿੰਮਤ ਆਪ ਕਰਨੀ ਪੈਣੀ ਹੈ। ਹੁਣ ਇੱਥੋਂ ਅੰਦਾਜ਼ਾ ਇਹ ਲਾਓ, ਭਾਈ ਗੁਰਦਾਸ ਸਾਹਿਬ ਜੀ ਬਸ ਇਹੋ ਜਿਹੀ ਗੱਲ ਹੀ ਕਹਿ ਰਹੇ ਨੇ। ਜੇ ਉਸ ਫਲ ਦਾ ਸਵਾਦ ਲੈਣਾ, ਤੋੜਨਾ ਪਵੇਗਾ, ਹਿੰਮਤ ਕਰਨੀ ਪਊਗੀ, ਜਾਂ ਤੇ ਮੁੱਲ ਖਰੀਦਣਾ ਪਊਗਾ, ਜਾਂ ਫਿਰ ਦਰਖਤ ਦੇ ਉੱਤੇ ਚੜ੍ਹਨਾ ਪਊਗਾ। ਤੀਜੀ ਗੱਲ ਕਹਿੰਦੇ ਨੇ, ਜੈਸੇ ਗੁਰ ਗਿਆਨ ਰਾਗਨਾਦ ਹਿਰਦੇ ਬਸਤ। ਇੱਥੇ ਹੁਣ ਕੱਲ ਦੇ ਪਰਸੋਂ ਦੇ ਕਿੰਨੇ ਮਹਾਂਪੁਰਖ ਆ ਰਹੇ ਨੇ। ਕਿਸੇ ਦੇ ਹਿਰਦੇ ਅੰਦਰ ਰਾਗ ਵਸਿਆ ਹੋਇਆ ਹੈ, ਕਿਸੇ ਦੇ ਹਿਰਦੇ ਅੰਦਰ ਗਿਆਨ ਵਸਿਆ ਹੋਇਆ ਹੈ, ਕਿਸੇ ਦੇ ਹਿਰਦੇ ਅੰਦਰ ਪ੍ਰੈਕਟੀਕਲੀ ਤੌਰ ਤੇ ਬਚਨ ਜਿਨ੍ਹਾਂ ਨੇ ਕਮਾਏ ਹੋਏ ਨੇ, ਆਪਣੇ ਵਰਗੇ ਨਹੀਂ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹੋਈਆਂ ਨੇ। ਭਾਈ ਗੁਰਦਾਸ ਸਾਹਿਬ ਜੀ ਇਹੀ ਗੱਲ ਕਹਿੰਦੇ ਨੇ ਵੀ ਗੁਰੂ ਕੇ ਦਰਬਾਰ ਦੇ ਵਿੱਚ ਭਾਵੇਂ ਕੋਈ ਰਾਗੀ ਸਿੰਘ ਆਵੇ ਜਿਹਦੇ ਹਿਰਦੇ ਅੰਦਰ ਰਾਗ ਵਸੇ ਹੋਏ ਨੇ। ਹੁਣ ਆਪਾਂ ਨੂੰ ਤੇ ਪਤਾ ਲੱਗ ਹੀ ਨਹੀਂ ਸਕਦਾ, ਤੁਹਾਡੇ ਸੰਗਤ ਵਿੱਚ ਕੋਈ ਵਧੀਆ ਕੀਰਤਨ ਕਰਨ ਵਾਲਾ ਬੈਠਾ ਹੋਵੇ, ਅਸੀਂ ਥੋੜ੍ਹੀ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਦੇ ਅੰਦਰ ਇੰਨਾ ਵਧੀਆ ਕੀਰਤਨ। ਤੁਹਾਡੇ ਵਿੱਚੋਂ ਸਾਡੇ ਬਜ਼ੁਰਗ ਬੈਠੇ ਨੇ, ਮਾਤਾਵਾਂ ਭੈਣਾਂ ਬੈਠੀਆਂ ਨੇ, ਕਈ ਵਾਰ ਉਹ ਗੱਲ ਸਾਨੂੰ ਨਹੀਂ ਪਤਾ ਹੋ ਸਕਦੀ ਜਿਹੜੀ ਤੁਹਾਨੂੰ ਪਤਾ ਹੋਵੇ, ਪਰ ਗੱਲ ਉਹ ਪਤਾ ਕਿਵੇਂ ਲੱਗੇਗੀ। ਜੈਸੇ ਗੁਰ ਗਿਆਨ ਰਾਗ ਨਾਦ ਹਿਰਦੇ ਬਸਤ, ਕਹਿੰਦੇ ਹਿਰਦੇ ਵਿੱਚ ਤਾਂ ਵਸਦੇ ਨੇ ਰਾਗ ਨਾਦ ਗਿਆਨ, ਪਰ ਉਹ ਪ੍ਰਗਟ ਕਿਵੇਂ ਹੋਣ, ਪਤਾ ਕਿਵੇਂ ਲੱਗੇ ਕਿਸੇ ਨੂੰ। ਫਿਰ ਕਹਿੰਦੇ ਹਨ ਕਰਤ ਪ੍ਰਤਿਅਛ ਕਰਤ ਪ੍ਰਕਾਸ਼ ਤਾਸ ਰਸਨਾ ਰਸਾਇਕ ਹੈ। ਜਦੋਂ ਆਪਣੀ ਰਸਨਾ ਨੂੰ ਰਸਾ ਕੇ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਕੋਈ ਰਾਗੀ ਸਿੰਘ
ਕੀਰਤਨ ਕਰਦਾ ਹੈ, ਕੋਈ ਕਥਾਵਾਚਕ ਕਥਾ ਕਰਦਾ ਹੈ, ਕੋਈ ਗਿਆਨੀ ਸਿੰਘ ਗੁਰਬਾਣੀ ਦੀ ਕਥਾ, ਮਹਾਂਪੁਰਖਾਂ ਦੀਆਂ ਕਥਾ ਕਹਾਣੀਆਂ ਕਰਕੇ ਸੁਣਾਉਂਦਾ ਹੈ, ਕਹਿੰਦੇ ਫਿਰ ਉਦੋਂ ਪਤਾ ਲੱਗਦਾ ਹੈ ਵੀ ਇਹਨੇ ਕਿੰਨੀ ਕੁ ਵਿੱਦਿਆ ਪ੍ਰਾਪਤ ਕੀਤੀ ਹੈ। ਉਹ ਗਿਆਨ ਅੱਗੇ ਜਿਵੇਂ ਟੀਚਰਸ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਨੇ, ਉਹ ਕਿਵੇਂ ਹਾਸਲ ਹੁੰਦਾ, ਉਹਨਾਂ ਨੂੰ ਆਪਸ ਵਿੱਚ ਬੋਲਚਾਲ ਕਰਨੀ ਪੈਂਦੀ ਹੈ ਨਾ, ਪੀਰੀਅਡ ਲੱਗਦੇ ਨੇ ਬੱਚਿਆਂ ਨੂੰ, ਕਦੇ ਮੈਥ ਦਾ ਆ ਗਿਆ, ਕਦੇ ਸਾਇੰਸ ਦਾ ਆ ਗਿਆ, ਪੀਰੀਅਡ ਲੱਗਦੇ ਆ ਨਾ। ਉਹ ਫਿਰ ਉਹ ਸੰਪਰਕ ਕਰਦੇ ਨੇ ਟੀਚਰਸ ਆਪਣੇ ਸਟੂਡੈਂਟਸ ਦੇ ਨਾਲ, ਫਿਰ ਉਹਨਾਂ ਨੂੰ ਸਮਝਾਉਂਦੇ ਨੇ, ਤਾਂ ਉਹ ਸੀਨੇ ਤੋਂ ਸੀਨਾ ਬਸੀਨਾ ਕਿਹਨੂੰ ਕਹਿੰਦੇ ਨੇ, ਇੱਕ ਸੀਨੇ ਤੋਂ ਦੂਜੇ ਸੀਨੇ ਤੱਕ ਗੱਲ ਪਹੁੰਚ ਜਾਣੀ, ਉਹਨੂੰ ਕਹਿੰਦੇ ਨੇ ਸੀਨਾ ਬਸੀਨਾ। ਉਹ ਫਿਰ ਜਿਹੜਾ ਗਿਆਨ ਹੈ ਉਹ ਦੂਸਰੇ ਸੀਨੇ ਵਿੱਚ ਪਹੁੰਚਦਾ, ਫਿਰ ਪਤਾ ਲੱਗਦਾ ਹੈ ਵੀ ਹਾਂ ਇਹਨੇ ਕਿੰਨੀ ਵਿੱਦਿਆ ਪ੍ਰਾਪਤ ਕੀਤੀ ਹੈ। ਹੁਣ ਭਾਈ ਗੁਰਦਾਸ ਸਾਹਿਬ ਜੀ ਮੁੱਖ ਗੱਲ ਤੇ ਆਉਂਦੇ ਨੇ, ਕਹਿੰਦੇ ਜਿਵੇਂ ਇਹ ਗੱਲਾਂ ਚੰਬੇ ਦੀ ਵੇਲ ਦੀ ਫੁੱਲ ਦੀ ਖੁਸ਼ਬੂ ਕੋਲ ਜਾ ਕੇ ਪਤਾ ਲੱਗਦੀ ਹੈ। ਕਿਸੇ ਫਲ ਨੂੰ ਦੇਖਣਾ ਹੋਵੇ ਮਿੱਠਾ ਜਾਂ ਖੱਟਾ ਹੈ, ਉਹਨੂੰ ਤੋੜ ਕੇ ਛਕਣਾ ਪਵੇਗਾ ਤਾਂ ਜਾ ਕੇ ਪਤਾ ਲੱਗਦਾ ਹੈ। ਕਿਸੇ ਗਿਆਨਵਾਨ ਜਾਂ ਰਾਗੀ ਜਾਂ ਮਹਾਂਪੁਰਖ ਦੇ ਹਿਰਦੇ ਚੋਂ ਪ੍ਰਗਟ ਹੋਏ ਬੋਲ ਦੱਸਦੇ ਨੇ ਵੀ ਗਿਆਨ ਕੀ ਹੈ, ਰਾਗ ਕੀ ਹੈ, ਵਿੱਦਿਆ ਕੀ ਹੈ, ਪਰਮਾਰਥ ਕੀ ਹੈ ਤੇ ਸੰਸਾਰ ਕੀ ਹੈ, ਉਹ ਬੋਲੇ ਤੇ ਪਤਾ ਲੱਗਦਾ ਹੈ। ਕਹਿੰਦੇ ਇਸੇ ਤਰ੍ਹਾਂ ਰੱਬ ਸਾਰੀ ਜਗ੍ਹਾ ਮੌਜੂਦ ਹੈ। ਆਪਾਂ ਕਹਿੰਦੇ ਆ ਨਾ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਪੁੱਛਦੇ ਨੇ ਦੱਸੋ ਰਾਮ ਤੋਂ ਬਿਨਾ ਕੌਣ ਹੈ? ਰਾਮ ਹੀ ਹੈ ਸਾਰੇ ਪਾਸੇ, ਕਣ ਕਣ ਵਿੱਚ ਮੌਜੂਦ ਹੈ, ਜ਼ਰਰੇ ਜ਼ਰਰੇ ਦੇ ਵਿੱਚ ਮੌਜੂਦ ਹੈ ਭਗਵਾਨ ਪਰਮਾਤਮਾ। ਕਹਿੰਦੇ ਪਰ ਇਹਦਾ ਪਤਾ ਕਿਵੇਂ ਲੱਗੇ? ਪੱਥਰ ਤਾਂ ਸੜਕਾਂ ਤੇ ਵੀ ਬਹੁਤ ਪਏ ਹੁੰਦੇ ਨੇ, ਆਪਾਂ ਉੱਪਰ ਦੀ ਗੱਡੀਆਂ ਲਗਾ ਕੇ ਤੁਰ ਕੇ ਜਾਂਦੇ ਆ, ਪਰ ਪੱਥਰ ਉਹ ਵੀ ਸੀ ਜਿਹੜਾ ਧੰਨੇ ਕੋਲ ਸੀ, ਉਹ ਵੀ ਪੱਥਰ ਹੀ ਸੀ। ਹੁਣ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਹੜੇ ਸੜਕਾਂ ਤੇ ਪੱਥਰ ਪਏ ਨੇ ਜਾਂ ਪਹਾੜਾਂ ਤੇ ਪਏ ਨੇ ਉਹਨਾਂ ਵਿੱਚ ਰੱਬ ਹੈ ਨਹੀਂ, ਤੇ ਜਿਹੜਾ ਧੰਨੇ ਕੋਲ ਸੀ ਉਹਦੇ ਵਿੱਚ ਰੱਬ ਹੈ ਸੀ। ਇਹ ਤਾਂ ਕੋਈ ਵੀ ਨਹੀਂ ਦਾਅਵਾ ਕਰ ਸਕਦਾ। ਪਰ ਸਾਧ ਸੰਗਤ ਜੀ ਹੈ ਮੌਜੂਦ। ਮਹਾਰਾਜ ਨੇ ਬਾਣੀ ਵਿੱਚ ਮੋਹਰ ਲਾਈ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਸਾਰੀਆਂ ਘਟਾਂ ਦੇ ਵਿੱਚ। ਗੁਰੂ ਦਸਮ ਪਾਤਸ਼ਾਹ ਕਹਿੰਦੇ ਆ ਨਾ, ਚੀਂਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਚੀਂਟੀ ਕਹਿੰਦੇ ਨੇ ਕੀੜੀ ਨੂੰ, ਕੁੰਚਰ ਕਹਿੰਦੇ ਨੇ ਹਾਥੀ ਨੂੰ। ਕਹਿੰਦੇ ਕੀੜੀ ਦੇ ਸਾਈਜ਼ ਤੋਂ ਲਾ ਕੇ ਹਾਥੀ ਦੇ ਸਾਈਜ਼ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ, ਸਾਰਿਆਂ ਵਿੱਚ ਰੱਬ ਹੈ, ਸਾਰਿਆਂ ਤੇ ਕਿਰਪਾ ਹੈ ਪਰਮੇਸ਼ਰ ਦੀ। ਸੋ ਕਹਿੰਦੇ ਵੀ ਪਤਾ ਕਿਵੇਂ ਲੱਗੇ? ਕੌਣ ਦੱਸ ਸਕਦਾ ਹੈ ਵੀ ਪਰਮੇਸ਼ਰ ਹਰ ਜਗ੍ਹਾ ਮੌਜੂਦ ਹੈ? ਕਿਵੇਂ ਉਹਦੀ ਪ੍ਰਾਪਤੀ ਕੀਤੀ ਜਾਵੇ? ਕਿਵੇਂ ਉਹਨੂੰ ਲੱਭਿਆ ਜਾਵੇ? ਕਿਵੇਂ ਉਹਨੂੰ ਮਹਿਸੂਸ ਕੀਤਾ ਜਾਵੇ? ਕਿਵੇਂ ਉਹ ਅੱਖਾਂ ਮਿਲ ਜਾਣ ਜਿਨ੍ਹਾਂ ਨਾਲ ਰੱਬ ਦਿਸਦਾ ਹੈ? ਤੈਸੇ ਘਟ ਘਟ ਵਿਖੇ ਪੂਰਨ ਬ੍ਰਹਮ ਰੂਪ। ਕਹਿੰਦੇ ਘਟਾਂ ਘਟਾਂ ਵਿੱਚ ਉਹ ਪਰਮੇਸ਼ਰ ਦਾ ਵਾਸਾ ਹੈ। ਜਿਵੇਂ ਸੁਗੰਧੀ ਫੁੱਲ ਦੇ ਵਿੱਚ ਹੀ ਹੈ, ਪਰ ਮਿਲੇਗੀ ਉਹਨੂੰ ਸੁੰਘ ਕੇ। ਜਿਹੜਾ ਰਸ ਹੈ ਉਹ ਫਲ ਦੇ ਵਿੱਚ ਹੀ ਹੁੰਦਾ, ਪਰ ਮਿਲੇਗਾ ਉਹਨੂੰ ਛਕ ਕੇ। ਜਿਹੜਾ ਗਿਆਨ ਹੈ ਉਹ ਮਹਾਂਪੁਰਖਾਂ ਦੇ ਹਿਰਦੇ ਦੇ ਅੰਦਰ ਹੀ ਹੁੰਦਾ, ਪਰ ਮਿਲੇਗਾ ਉਹਨਾਂ ਦੇ ਬਚਨ ਸਰਵਣ ਕਰਕੇ। ਇਸੇ ਤਰ੍ਹਾਂ ਜਿਹੜਾ ਰੱਬ ਹੈ ਉਹ ਹਰ ਜਗ੍ਹਾ ਮੌਜੂਦ ਹੈ। ਕੀ ਕਹਿੰਦੇ ਨੇ? ਰਾਮ ਬੋਲੇ, ਰਾਮ ਬੋਲੇ, ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ, ਰਾਮਾ ਬੋਲੇ, ਰਾਮ ਬੋਲਦਾ,
ਸਾਰੀਆਂ ਘਟਾਂ ਦੇ ਵਿੱਚ RAM ਬੋਲਦਾ। ਸਭੈ ਘਟ RAM ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ RAM ਸਮਾਨਾ ਰੇ। ਕਿੱਥੇ ਨਹੀਂ ਹੈ? ਦੱਸੋ ਤਾਂ ਸਹੀ ਕੋਈ ਬੰਦਾ ਵੀ ਕਿੱਥੇ ਨਹੀਂ ਹੈ ਰੱਬ, ਸਾਬਤ ਕਰ ਦਿਓ ਕੋਈ। ਕੋਈ ਨਹੀਂ ਕਰ ਸਕਦਾ ਸਾਬਤ ਵੀ ਰੱਬ ਇੱਥੇ ਨਹੀਂ ਹੈ। ਜਿੱਥੇ ਬੰਦਾ ਲੁਕ ਕੇ ਪਾਪ ਕਮਾਉਂਦਾ, ਲੋਕ ਕਰਤ ਵਿਕਾਰ ਵਿਖੜੇ। ਜਦੋਂ ਕੋਈ ਬੰਦਾ ਪਾਪ ਕਰਦਾ ਨਾ ਸਾਧ ਸੰਗਤ ਜੀ, ਉਦੋਂ ਜਾਣਦਾ ਵੀ ਮੈਂ ਲੁਕ ਕੇ ਪਾਪ ਕਰ ਲਵਾਂ, ਇੱਥੇ ਨਹੀਂ ਕੋਈ ਦੇਖਦਾ। ਉੱਥੇ ਫਿਰ ਮਹਾਰਾਜ ਜੀ ਸਮਝਾਉਂਦੇ ਨੇ, ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰਹੂ ਤੇ ਨੇਰਿਆ। ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਜਿਹਦੇ ਨਾਲ ਪਾਪ ਕਮਾਉਣ ਲੱਗਿਆ ਨਾ, ਉਹ ਇਹ ਤੋਂ ਵੀ ਨੇੜੇ ਹੈ। ਤੂੰ ਕੀ ਸਮਝਦਾ ਵੀ ਉਹ ਦੇਖੇਗਾ ਨਹੀਂ? ਇਸੇ ਕਰਕੇ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਜਿਹੜਾ ਇੰਨਾ ਨੇੜੇ ਰੱਬ ਹੈ ਪਰ ਆਪਾਂ ਨੂੰ ਦੂਰ ਲੱਗਦਾ ਹੈ। ਆਪਾਂ ਨੂੰ ਪਤਾ ਹੀ ਨਹੀਂ ਹੈ। ਕਹਿੰਦੇ ਇਹ ਗੱਲ ਕੌਣ ਸਮਝਾਵੇ? ਫਿਰ ਕਿੱਥੋਂ ਸਮਝ ਆਵੇ? ਕਿਵੇਂ ਪਤਾ ਲੱਗੇ? ਕਿਵੇਂ ਮਹਿਸੂਸ ਕਰੀਏ? ਜਿਹੜੀ ਹਵਾ ਹੈ ਨਾ ਸਾਧ ਸੰਗਤ, ਇਹਨੂੰ ਆਪਾਂ ਸਿਰਫ ਮਹਿਸੂਸ ਕਰ ਸਕਦੇ ਹਾਂ, ਦੇਖ ਨਹੀਂ ਸਕਦੇ। ਇਹ ਕਹਿੰਦੇ ਕਿਵੇਂ ਮਹਿਸੂਸ ਕਰੀਏ? ਤੈਸੇ ਘਟ ਘਟ ਵਿਖੈ ਪੂਰਨ ਬ੍ਰਹਮ ਰੂਪ ਕਰਤ ਪ੍ਰਤਿਅਛ ਮਹਾਪੁਰਖ ਮਨਾਇਕ ਹੈ। ਅਖੀਰਲਾ ਬਚਨ ਇਹ ਕਹਿੰਦੇ ਨੇ, ਜੇ ਤੁਸੀਂ ਉਹਨੂੰ ਪ੍ਰਤੱਖ ਕਰਨਾ ਚਾਹੁੰਦੇ ਹੋ ਨਾ, ਫਿਰ ਕਿਸੇ ਮਹਾਪੁਰਖ ਨੂੰ ਮਨਾ ਲਓ। ਬਸ ਇੱਕੋ ਹੀ ਗੱਲ ਹੈ। ਉਹ ਮਹਾਪੁਰਖ ਵੀ ਐਸਾ ਹੋਵੇ ਜਿਹਦੇ ਹਿਰਦੇ ਅੰਦਰ ਪਰਮੇਸ਼ਰ ਵਸਿਆ ਹੋਵੇ, ਕਿਸੇ ਲਿਬਾਸ ਮਾਤਰ ਨਾ ਹੋਵੇ। ਉਹ ਅਸਲ ਸਾਧ ਹੋਵੇ, ਜਿਹਨੇ ਆਪਣੇ ਜੀਵਨ ਨੂੰ ਅਸਲ ਤੌਰ ਤੇ ਸਾਧਿਆ ਹੋਇਆ ਹੋਵੇ। ਅਸਲ ਸੰਤ ਹੋਵੇ। ਸੰਤ ਕਿਹਨੂੰ ਕਹਿੰਦੇ ਨੇ? ਤੁਹਾਨੂੰ ਕੋਈ ਪੁੱਛ ਲਵੇ ਸੰਤ ਕਿਹਨੂੰ ਕਹਿੰਦੇ ਨੇ, ਕੀ ਆਖੋਗੇ? ਸਿੱਧਾ ਜਿਹਾ ਜਵਾਬ ਹੋਣਾ ਜਿਹੜਾ ਨਾਮ ਜਪਦਾ ਹੋਵੇ। ਸੰਤ ਦੀ ਡੈਫੀਨੇਸ਼ਨ ਕੀ ਹੈ? ਸੰਤ ਅੱਖਰ ਲਿਖਣਾ ਹੋਵੇ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ, ਤਿੰਨ ਹੀ ਲਫ਼ਜ਼ ਵਰਤੇ ਜਾਂਦੇ ਨੇ, ਸੱਸਾ, ਉੱਪਰ ਟਿੱਪੀ ਤੇ ਤੱਤਾ। ਜਿਹੜਾ ਸੱਸਾ ਹੈ ਉਹਦਾ ਮਤਲਬ ਹੈ ਸੇਵਾ, ਤੇ ਜਿਹੜੀ ਟਿੱਪੀ ਹੈ ਉਹ ਆਵਾਜ਼ ਦਿੰਦੀ ਹੈ ਨੰਨੇ ਦੀ। ਜਿਹੜੇ ਮੁਹਾਰਨੀ ਪੜ੍ਹ ਚੁੱਕੇ ਨੇ ਜਾਂ ਪੜ੍ਹਨਗੇ ਉਹਨਾਂ ਨੂੰ ਫਿਰ ਪਤਾ ਲੱਗੇਗਾ। ਆਪਣੇ ਰਾੜਾ ਸਾਹਿਬ ਵਿਦਿਆਰਥੀਆਂ ਨੂੰ ਪਹਿਲਾਂ ਮੁਹਾਰਨੀ ਪੜ੍ਹਾਈ ਜਾਂਦੀ ਹੈ, ਸਾਰੇ ਅੱਖਰਾਂ ਦੀ ਆਵਾਜ਼ ਦੱਸੀ ਜਾਂਦੀ ਹੈ। ਜਿਹੜੀ ਟਿੱਪੀ ਹੈ ਉਹਦਾ ਮਤਲਬ ਹੈ ਨੰਨਾ, ਨੰਨੇ ਦਾ ਮਤਲਬ ਹੈ ਨਾਮ, ਸੇਵਾ, ਨਾਮ, ਤੇ ਤੱਤਾ ਰਹਿ ਗਿਆ, ਤੱਤੇ ਦਾ ਮਤਲਬ ਹੈ ਤਿਆਗ। ਜਿੱਥੇ ਇਹ ਤਿੰਨੇ ਗੱਲਾਂ ਇਕੱਠੀਆਂ ਹੋਣ, ਸੇਵਾ ਕੀਤੀ ਹੋਈ ਹੋਵੇ, ਨਾਮ ਜਪਿਆ ਹੋਇਆ ਹੋਵੇ, ਤਿਆਗ ਸਦਾ ਲਈ ਧਾਰਨ ਕੀਤਾ ਹੋਵੇ, ਉਹਨੂੰ ਕਹਿੰਦੇ ਨੇ ਸੰਤ। ਕਹਿੰਦੇ ਭਾਈ ਗੁਰਦਾਸ ਸਾਹਿਬ ਜੀ ਇਹੀ ਗੱਲ ਕਹਿ ਰਹੇ ਨੇ, ਕਿਸੇ ਐਸੇ ਮਹਾਪੁਰਖ ਨੂੰ ਮਨਾ ਲੈ ਜਿਹਦੇ ਜੀਵਨ ਦੇ ਵਿੱਚ ਇਹ ਗੁਣ ਤੈਨੂੰ ਦਿਸਦੇ ਹੋਣ, ਪ੍ਰਤੱਖ ਹੋਣ। ਕਹਿੰਦੇ ਫਿਰ ਤੈਨੂੰ ਰੱਬ ਵੀ ਦਿਸ ਜੂਗਾ। ਪ੍ਰਤੱਛ ਕਰਤ ਪ੍ਰਤਿਅਛ ਮਹਾਪੁਰਖ ਮਨਾਏਕ ਹੈ। ਐਸੇ ਮਹਾਪੁਰਖ ਨੂੰ ਮਨਾ ਕੇ ਫਿਰ ਉਹ ਰੱਬ ਵੀ ਪ੍ਰਗਟ ਹੋ ਸਕਦਾ ਹੈ। ਔਰ ਐਸੇ ਮਹਾਪੁਰਖ ਕੌਣ ਨੇ ਸਾਧ ਸੰਗਤ ਜੀ? ਦੱਸਣ ਦੀ ਤਾਂ ਲੋੜ ਹੀ ਨਹੀਂ ਹੈ। ਕਿੰਨੇ ਮਹਾਪੁਰਖ ਹੋਏ ਨੇ, ਉਂਗਲਾਂ ਤੇ ਗਿਣਨ ਲੱਗ ਜਾਈਏ, ਵਿਰਲੇ ਵਿਰਲੇ ਨੇ। ਔਰ ਉਹਨਾਂ ਵਿਰਲਿਆਂ ਵਿੱਚੋਂ ਹੀ ਆਪਣੇ ਸੰਤ ਮਹਾਰਾਜ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਇਸ ਕਰਕੇ ਸਾਧ ਸੰਗਤ ਜੀ ਐਸੇ ਪੂਰੇ ਆਪਣੇ ਤਾਂ ਭਾਗ ਹੀ ਬਹੁਤ ਵੱਡੇ ਨੇ
ਐਸੇ ਪੂਰੇ ਮਹਾਂਪੁਰਖਾਂ ਦੀਆਂ ਯਾਦਾਂ, ਉਹਨਾਂ ਦੇ ਅਸਥਾਨ, ਉਹਨਾਂ ਦੀਆਂ ਸੰਗਤਾਂ ਆਪਾਂ ਨੂੰ ਪ੍ਰਾਪਤ ਹੋਈਆਂ ਨੇ, ਸ਼ੋਭਤ ਪ੍ਰਾਪਤ ਹੋਈ ਹੈ। ਬਹੁਤ ਵੱਡੇ ਭਾਗ ਨੇ। ਆਪਣੇ ਸੰਤ ਮਹਾਰਾਜ ਬਾਰੇ ਸਾਧ ਸੰਗਤ ਜੀ ਕਿੰਨਾ ਕੁਝ ਸਰਵਣ ਕੀਤਾ, ਪਰ ਇਹ ਉਹਨਾਂ ਦੇ ਜੀਵਨ ਦੀ ਕੋਈ ਅੰਤ ਨਹੀਂ ਹੈ। ਸਾਧ ਸੰਗਤ ਜੀ, ਬਖਤਾ ਕਿੱਥੋਂ ਤੱਕ ਬਿਆਨ ਕਰ ਸਕਦਾ ਹੈ? ਬਖਤੇ ਦੀ ਬਾਣੀ ਵਿਰਾਮ ਦੇ ਸਕਦੀ ਹੈ, ਸਰੋਤਿਆਂ ਦੇ ਸੁਣਨ ਦੀ ਸ਼ਕਤੀ ਖਤਮ ਹੋ ਸਕਦੀ ਹੈ, ਸਮੇਂ ਦੀ ਬੱਧਤਾ ਹੋ ਸਕਦੀ ਹੈ, ਪਰ ਜਿਹੜੀ ਕਰਤੇ ਦੀ ਵਡਿਆਈ ਹੈ ਕਦੇ ਨਹੀਂ ਮੁੱਕਦੀ। ਦੁਨੀਆ ਦੇ ਸੰਸਾਰ ਦੇ ਅੰਦਰ ਕਿੰਨੀਆਂ ਕਥਾਵਾਂ, ਕਿੰਨੇ ਕੀਰਤਨ ਦਰਬਾਰ, ਕਿੰਨੀ ਸੇਵਾ ਸਿਮਰਨ ਹੋ ਰਿਹਾ ਹੈ, ਕਦੇ ਮੁੱਕੀ ਹੈ ਵਡਿਆਈ ਉਸ ਵਾਹਿਗੁਰੂ ਦੀ? ਕਿੰਨੇ ਸਮਾਗਮ ਹੁੰਦੇ ਨੇ ਸਾਧ ਸੰਗਤ। ਬਖਤੇ ਭਾਵੇਂ ਆਪਾਂ ਸਾਧ ਸੰਗਤ ਜੀ ਭਾਵੇਂ ਇੱਥੇ 8 ਘੰਟੇ ਬਹਿ ਕੇ ਕਰੀ ਜਾਈਏ, ਇਹ ਵਡਿਆਈ ਮੁੱਕਣ ਵਾਲੀ ਨਹੀਂ। ਤੁਹਾਡਾ ਧੀਰਜ ਜਵਾਬ ਦੇ ਸਕਦਾ ਹੈ, ਬਖਤੇ ਦੀ ਬਾਣੀ ਵਿਰਾਮ ਦੇ ਸਕਦੀ ਹੈ, ਪਰ ਉਹਦੀ ਵਡਿਆਈ ਕਦੇ ਨਹੀਂ ਮੁੱਕਦੀ। ਉਹਨੂੰ ਜਪਣ ਵਾਲਿਆਂ ਦੀ ਫਿਰ ਵਡਿਆਈ ਵੀ ਸਾਧ ਸੰਗਤ ਜੀ ਉਤਨੀ ਵੱਡੀ ਹੋ ਜਾਂਦੀ ਹੈ। ਉਹਦੀ ਬਾਬਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਕਹਿੰਦੇ ਨੇ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਮਹਿਮਾ ਸੰਤਾਂ ਦੀ ਵੇਦ ਨਾ ਜਾਣਦੇ, ਮਹਿਮਾ ਸੰਤਾਂ ਦੀ ਵੇਦ ਨਾ ਜਾਣਦੇ। ਮਹਿਮਾ ਸੰਤਾਂ ਦੀ ਵੇਦ ਨਾ ਜਾਣਦੇ, ਮਹਿਮਾ ਸੰਤਾਂ ਦੀ ਵੇਦ ਨਾ ਜਾਣਦੇ। ਇਸ ਕਰਕੇ ਉਹਨਾਂ ਦੀ ਮਹਿਮਾ ਬਹੁਤ ਵੱਡੀ ਹੈ। ਸਾਧ ਸੰਗਤ, ਪਰਚੀ ਆ ਗਈ ਹੈ ਵੀ 2:30 ਵਜੇ ਤੱਕ ਸਮਾਂ ਹੈ, 10-12 ਮਿੰਟ ਸ਼ਾਇਦ ਹੋਰ ਰਹਿੰਦੇ ਨੇ। ਇਸ ਕਰਕੇ ਆਪਾਂ ਵੀ ਉਹਦੀ ਵਡਿਆਈ ਦੇ ਵਿੱਚ ਮਨ ਵਿੱਚ ਇੱਕ ਵਾਰਤਾ ਯਾਦ ਆ ਗਈ। ਸਾਧ ਸੰਗਤ, ਆਪਣੇ ਸੰਤ ਮਹਾਰਾਜ ਨੇ ਜਿਨ੍ਹਾਂ ਦੀ ਸੇਵਾ ਕੀਤੀ ਹੈ ਨਾ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ, ਉਹ ਗੋਖੇ ਦੀ ਛੱਪੜੀ ਤੇ ਭਜਨ ਬੰਦਗੀ ਰੋਜ਼ ਵਕਤੇ ਅੰਮ੍ਰਿਤ ਵੇਲੇ, ਭਿੰਨੀ ਰੈਣੜੀਏ ਚਮਕਨ ਤਾਰੇ, ਜਾਗੈ ਸੰਤ ਜਨਾ ਮੇਰੇ RAM ਪਿਆਰੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਉਹ ਸਿਮਰਨ ਵਿੱਚ ਜੁੜਦੇ। ਇੱਕ ਦਿਨ ਬੈਠੇ ਨੇ, ਨਾਲ ਨਾ ਕੋਈ ਦੋ ਪ੍ਰੇਮੀਆਂ ਦੇ ਬੋਲਣ ਦੀ ਆਵਾਜ਼ ਆ ਰਹੀ ਹੈ। ਸੰਤ ਮਹਾਰਾਜ ਤਾਂ ਬੰਦਗੀ ਵਿੱਚ ਜੁੜੇ ਬੈਠੇ ਨੇ, ਨਾਲ ਦੇ ਸੇਵਾਦਾਰ ਵੀ ਬਿਲਕੁਲ ਚੁੱਪ ਕਰਕੇ, ਜਿੰਨਾ ਮਹਾਂਪੁਰਖਾਂ ਦਾ ਹੁਕਮ ਸੀ, ਕਿਉਂਕਿ ਹੁਕਮ ਦੇ ਵਿੱਚ ਰਹਿਣਾ ਬਹੁਤ ਲਾਜ਼ਮੀ ਹੁੰਦਾ ਹੈ। ਜਦੋਂ ਬੋਲਣ ਦੀ ਆਵਾਜ਼ ਆਈ ਗਈ, ਸੰਤ ਮਹਾਰਾਜ ਨੇ ਕੁਝ ਨਹੀਂ ਆਖਿਆ, ਨਾ ਪੁੱਛਿਆ ਸੇਵਾਦਾਰਾਂ ਨੂੰ ਤੇ ਨਾ ਉਧਰ ਵੱਲ ਨੂੰ ਧਿਆਨ ਕੀਤਾ। ਜਦੋਂ 5 ਵੱਜ ਗਏ, ਸੰਤ ਮਹਾਰਾਜ ਦੇ ਜਾਣ ਦਾ ਸਮਾਂ ਹੋ ਗਿਆ, ਉੱਠ ਕੇ ਜਿੱਧਰੋਂ ਆਵਾਜ਼ ਆ ਰਹੀ ਸੀ ਨਾ ਉਧਰ ਨੂੰ ਚਲੇ ਗਏ ਮਹਾਰਾਜ। ਦੇਖਿਆ ਦਰਖਤ ਦੇ ਨਾਲ 2 ਸਰੀਰ ਬੈਠੇ ਨੇ, ਇੱਕ ਆਦਮੀ ਹੈ, ਇੱਕ ਔਰਤ ਹੈ। ਉਹਨਾਂ ਦੇ ਬੁੱਕਲ ਦੇ ਵਿੱਚ ਬੀਬੀ ਦੇ ਇੱਕ ਛੋਟਾ ਜਿਹਾ ਬੱਚਾ ਹੈ। ਸੰਤ ਮਹਾਰਾਜ ਨੇ ਪੁੱਛਿਆ, ਭਾਈ ਤੁਸੀਂ ਇੱਥੇ ਬੈਠੇ ਹੋ, ਕੀ ਗੱਲ? ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਇੱਥੇ ਬੰਦਗੀ ਕਰ ਰਹੇ ਹੋ, ਨਹੀਂ ਤਾਂ ਅਸੀਂ ਕੋਈ ਬਚਨ ਨਾ ਕਰਦੇ, ਮਹਾਰਾਜ ਜੀ ਸਾਨੂੰ ਮੁਆਫ ਕਰ ਦਿਓ। ਮਹਾਰਾਜ ਜੀ ਅਸੀਂ ਆ ਨੇੜੇ ਪਿੰਡ ਹੈ ਜਟਾਣੇ, ਉੱਥੋਂ ਆਏ ਹਾਂ, ਸਾਡਾ ਬੱਚਾ ਹੈ ਨਾਰ ਸਿੰਘ, ਇਹ ਰਾਤ ਦਾ ਕੁਝ ਢਿੱਲਾ ਹੈ, ਬਲਕਿ ਢਿੱਲਾ ਵੀ ਇੰਨਾ ਹੈ ਬੇਹੋਸ਼ੀ ਦੀ ਹਾਲਤ ਵਿੱਚ ਹੈ।
ਅਸੀਂ ਸਾਹਨੇਵਾਲ ਨੂੰ ਚੱਲੇ ਆ। ਉੱਥੇ ਵਲੈਤ ਖਾਂ ਹਕੀਮ ਹੈ, ਉਹਦੇ ਪਾਸ ਸੋਚਿਆ ਵੀ ਜਿਉਂਦੇ ਜਿਉਂਦੇ ਨੂੰ ਲੈ ਜਾਈਏ, ਜੇ ਤਾਂ ਇਹਦੀ ਵਧੀ ਹੋਵੇਗੀ ਤਾਂ ਬਚ ਜਾਏਗਾ, ਨਹੀਂ ਤਾਂ ਅਸੀਂ ਭਾਣਾ ਹੀ ਮੰਨਣਾ, ਹੋਰ ਕੀ ਕਰ ਸਕਦਾ ਹੈ। ਇਸ ਕਰਕੇ ਮਹਾਰਾਜ ਜੀ ਅਸੀਂ ਗੱਲਾਂ ਕਰਕੇ ਨਾ ਦੋਵੇਂ ਦੰਪਤੀ ਅਸੀਂ ਆਪਣੇ ਮਨ ਨੂੰ ਧਰਵਾਸ ਦੇ ਰਹੇ ਸੀ ਵੀ ਕੋਈ ਗੱਲ ਨਹੀਂ, ਜੇ ਇਹਦੀ ਵਧੀ ਹੋਵੇਗੀ ਬਚ ਜਾਏਗਾ। ਮਹਾਰਾਜ ਜੀ ਮੁਆਫ ਕਰ ਦਿਓ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ, ਉਹ ਲਾਲਟੈਨ ਵਾਲਾ ਸਿੰਘ ਹੁੰਦਾ ਸੀ ਨਾਲ ਰਸਤੇ ਦਿਖਾਉਣ ਵਾਸਤੇ, ਚਾਨਣਾ ਕਰਨ ਵਾਸਤੇ, ਉਹਨੂੰ ਆਵਾਜ਼ ਮਾਰੀ, ਕਹਿਣ ਲੱਗੇ ਲਾਲਟੈਨ ਇੱਧਰ ਲੈ ਕੇ ਆ ਭਾਈ। ਮਹਾਂਪੁਰਖਾਂ ਨੇ ਲਾਲਟੈਨ, ਉਹ ਬੀਬੀ ਦੀ ਗੋਦ ਵਿੱਚ ਬੱਚਾ ਸੀ, ਉਹ ਚਾਨਣਾ ਕਰਕੇ ਕਹਿਣ ਲੱਗੇ ਭਾਈ ਇਹਦੇ ਮੂੰਹ ਤੋਂ ਕੱਪੜਾ ਚੁੱਕ ਦੇ। ਜਦੋਂ ਕੱਪੜਾ ਚੁੱਕਿਆ, ਸੰਤ ਮਹਾਰਾਜ ਨੇ ਬੜੀ ਸਾਧ ਸੰਗਤ ਜੀ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ। ਉਹਨੂੰ ਕਹਿੰਦੇ ਨੇ ਨਦਰੇ ਕਰਮ, ਜਿਹਦੇ ਤੇ ਨਦਰ ਹੋ ਜਾਏ। ਸੰਤ ਮਹਾਰਾਜ ਨੇ ਤੱਕਿਆ, ਕਹਿਣ ਲੱਗੇ ਫਿਕਰ ਨਾ ਕਰੋ, ਕਿਸੇ ਹਕੀਮ ਦੇ ਕੋਲੇ ਜਾਣ ਦੀ ਲੋੜ ਨਹੀਂ ਤੁਹਾਨੂੰ, ਫਿਕਰ ਨਾ ਕਰੋ, ਇਹ ਮਰਦਾ ਨਹੀਂ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਬਚਨ ਕਰ ਦਿੱਤਾ, ਕਹਿੰਦੇ ਲੈ ਜਾਓ ਘਰ ਇਹਨੂੰ, ਇਹ ਨਹੀਂ ਮਰਦਾ ਹਜੇ, ਇਹਨੇ ਤਾਂ ਫੌਜੀ ਬਣ ਕੇ ਬਹੁਤ ਪਰੇਡਾਂ ਕਰਵਾਉਣੀਆਂ ਨੇ। ਸੰਤ ਮਹਾਰਾਜ ਨੇ ਨਾਲ ਇਹ ਵੀ ਬਚਨ ਕਰਤਾ। ਦੇਖੋ ਮਹਾਂਪੁਰਖਾਂ ਦਾ ਬਚਨ, ਉਹ ਬੱਚਾ 2.5-3 ਸਾਲ ਦਾ ਸੀ। ਮਹਾਂਪੁਰਖ ਦੇਖੋ, ਇਹੀ ਤਾਂ ਨਿਸ਼ਾਨੀ ਹੈ ਫਿਰ ਪੂਰੇ ਮਹਾਂਪੁਰਖਾਂ ਦੀ। ਕਹਿੰਦੇ ਇਹਨੇ ਤਾਂ ਫੌਜੀ ਬਣ ਕੇ ਬਹੁਤ ਪਰੇਡਾਂ ਕਰਵਾਉਣੀਆਂ ਨੇ, ਇਹ ਨਹੀਂ ਮਰਦਾ। ਇਹ ਸਾਧ ਸੰਗਤ ਜੇ ਬਚਨ ਹੋ ਜੇ, ਉਹਦੀ ਬਾਬਤ ਤਾਂ ਸਤਿਗੁਰਾਂ ਦੀ ਪਵਿੱਤਰ ਬਾਣੀ ਪਹਿਲਾਂ ਹੀ ਕਹਿੰਦੀ ਹੈ, ਅੰਡ ਵਿਨਾਸੀ, ਚਾਰ ਵਿਨਾਸੀ ਅੰਡ ਵਿਨਾਸੀ, ਸਾਧ ਬਚਨ ਨੇਹ ਚਲਾਦਾ। ਇਹ ਸਾਧ ਸੰਗਤ ਜੀ ਉਹਨਾਂ ਦਾ ਕੀਤਾ ਹੋਇਆ ਬਚਨ ਕਿਵੇਂ ਟਲ ਸਕਦਾ ਹੈ। ਸਤਿਗੁਰੂ ਸਾਹਿਬ ਜੀ ਉਹ ਬਚਨ ਕਰਦੇ ਨੇ, ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸੰਤਾਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸੰਤਾਂ ਦਾ ਬੋਲ ਨਾ ਟਲੇ। ਸੰਤਾਂ ਦਾ ਜੀ ਬੋਲ ਨਾ ਟਲੇ, ਸਾਧੂਆਂ ਦਾ ਜੀ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸੰਤਾਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸੰਤਾਂ ਦਾ ਬੋਲ ਨਾ ਟਲੇ। ਬਚਨ ਹੋ ਗਿਆ ਸਾਧ ਸੰਗਤ ਜੀ। ਨਾਲ ਦੇ ਸੇਵਾਦਾਰ ਕਹਿਣ ਲੱਗੇ ਭਾਈ ਹੁਣ ਹਕੀਮ ਦੇ ਕੋਲ ਨਾ ਜਾਇਓ। ਹੁਣ ਉਹ ਸੀ ਮਾਤਾ ਪਿਤਾ ਨੂੰ ਫਿਕਰ ਹੁੰਦਾ ਹੀ ਹੈ। ਪਹਿਲਾਂ ਤੇ ਮਨ ਤਕੜਾ ਹੋਇਆ ਨਹੀਂ, ਕਿਉਂਕਿ ਬਚਨਾਂ ਤੇ ਭਰੋਸਾ ਵੀ ਕਿਸੇ ਨੂੰ ਆਉਂਦਾ, ਬਹੁਤੇ ਜ਼ਿਆਦਾ ਨਹੀਂ ਹੁੰਦੇ ਭਰੋਸਾ ਕਰਨ ਵਾਲੇ।
ਉਹ ਸੇਵਾਦਾਰ ਨੇ ਸਮਝਾਇਆ, ਭਾਈ ਗੱਲ ਨੂੰ ਐਵੇਂ ਨਾ ਜਾਣਿਓ, ਇਹ ਕੋਈ ਆਮ ਮਹਾਂਪੁਰਖ ਨਹੀਂ, ਜਦ ਜਿਹੜਾ ਬਚਨ ਕਹਿਤਾ ਤਾਂ ਬਸ ਕਹਿਤਾ, ਜਾਓ ਆਪਣੇ ਘਰ ਨੂੰ ਲੈ ਜਾਓ। ਕਹਿੰਦੇ ਤੁਹਾਡੀ ਤਾਂ ਇਸ ਬੱਚੇ ਦੀ ਕਿਸਮਤ ਹੀ ਬੜੀ ਚੰਗੀ ਹੈ, ਮਹਾਂਪੁਰਖਾਂ ਨੇ ਬਚਨ ਤਾਂ ਕੀਤਾ ਹੀ ਹੈ, ਨਾਲ ਪਦਵੀ ਵੀ ਦੇ ਦਿੱਤੀ ਵੀ ਇਹਨੇ ਤਾਂ ਫੌਜੀ ਬਣ ਕੇ ਪਰੇਡਾਂ ਕਰਵਾਉਣੀਆਂ ਨੇ। ਸਾਧ ਸੰਗਤ ਜੀ, ਉਹ ਬੱਚਾ ਫਿਰ ਦੂਜੇ ਤੀਜੇ ਦਿਨ ਠੀਕ ਹੋ ਗਿਆ। ਅੱਜ ਵੀ ਮਿਲਟਰੀ ਦੇ ਰਜਿਸਟਰਾਂ ਦੇ ਵਿੱਚੋਂ ਜਟਾਣੇ ਪਿੰਡ ਦਾ ਨਾਰ ਸਿੰਘ ਦਾ ਆਪਾਂ ਰਿਕਾਰਡ ਦੇਖ ਸਕਦੇ ਹਾਂ, ਇੰਨੀਆਂ ਪਰੇਡਾਂ ਕਰਵਾਈਆਂ, ਮਸ਼ਹੂਰ ਸੀ ਪਰੇਡ ਕਰਵਾਉਣ ਦੇ ਵਿੱਚੋਂ। ਸੰਤ ਮਹਾਰਾਜ ਐਸੇ ਸਾਧ ਸੰਗਤ ਜੀ, ਪੂਰੇ ਮਹਾਂਪੁਰਖ, ਫਿਰ ਉਹਨਾਂ ਦੀ ਸੰਗਤ, ਉਹਨਾਂ ਦੀ ਸ਼ੋਭਤ ਆਪਣੇ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਬਚਨ ਫਿਰ ਇਹਨਾਂ ਦਾ ਵੀ ਮੁੜਦਾ ਨਹੀਂ ਸੀ। ਇੱਕ ਵਾਰੀ ਕੋਈ ਟੀਵੀ ਦਾ ਪ੍ਰੇਮੀ, ਰਾੜਾ ਸਾਹਿਬ ਟੀਵੀ ਦਾ ਰੋਗੀ ਸੀ ਜਿਹੜਾ, ਉਹ ਰਾੜਾ ਸਾਹਿਬ ਆ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਵੀ ਜਾ ਹੁਣ ਤਾਂ ਤੇਰੇ ਸਰੀਰ ਦਾ ਥੋੜਾ ਹੀ ਟਾਈਮ ਰਹਿ ਗਿਆ, ਵੀ ਬਿਮਾਰੀ ਇੰਨੀ ਕੁ ਜ਼ਿਆਦਾ ਫੈਲ ਚੁੱਕੀ ਹੈ ਵੀ ਇਲਾਜ ਹੋ ਹੀ ਨਹੀਂ ਸਕਦਾ। ਉਹ ਆ ਗਿਆ, ਨਾਮ ਸੁਣਿਆ ਸੀ। ਸੰਤ ਮਹਾਰਾਜ ਕਹਿੰਦੇ, ਭਾਈ ਸੇਵਾ ਕਰਿਆ ਕਰ। ਮਹਾਰਾਜ ਜੀ ਕਿਹੜੀ ਸੇਵਾ ਕਰਿਆ ਕਰਾਂ? ਹੁਣ ਸਾਧ ਸੰਗਤ ਜੀ, ਇੱਥੇ ਬਚਨ ਸਮਝ ਲੈਣਾ ਜ਼ਰੂਰੀ ਹੈ। ਸੇਵਾ ਜਿਹੜੇ ਕਰਨ ਵਾਲੇ ਹੋਣ ਉਹਨਾਂ ਨੂੰ ਪੈਰ ਪੈਰ ਤੇ ਸੇਵਾ ਮਿਲ ਜਾਂਦੀ ਹੈ। ਜਿਨ੍ਹਾਂ ਨੇ ਵਿਖਾਵਾ ਹੀ ਕਰਨਾ ਹੋਵੇ ਪੁੱਛਦੇ ਫਿਰੀ ਜਾਂਦੇ ਨੇ, ਅਸੀਂ ਕਿੱਥੇ ਸੇਵਾ ਕਰੀਏ, ਕਿਹੜੀ ਸੇਵਾ ਕਰੀਏ। ਸੰਤ ਮਹਾਰਾਜ ਕਹਿੰਦੇ, ਭਾਈ ਜਿਹੜੀ ਵੀ ਸੇਵਾ ਮਿਲ ਜੇ, ਸੇਵਾ ਤਾਂ ਗੁਰੂ ਘਰ ਵਿੱਚ ਮੁੱਕਦੀ ਨਹੀਂ। ਬਹੁਤ ਵੱਡੀ ਸੇਵਾ ਦੇ ਵਿੱਚੋਂ ਸੇਵਾ ਹੈ ਸੰਗਤ ਦੇ ਜੂਠੇ ਬਰਤਨ ਸਾਫ਼ ਕਰਨੇ। ਚੱਲ ਕਹਿੰਦੇ ਇਹ ਕਰ ਲਿਆ ਕਰ। ਸਾਧ ਸੰਗਤ ਜੀ, ਉਹ ਕਰਦਾ ਰਿਹਾ, ਅੱਜ ਹੋਰ ਕੱਲ ਹੋਰ, ਸਾਰੀਆਂ ਰਿਪੋਰਟਾਂ ਇੱਕ ਪਾਸੇ ਰੱਖਤੀਆਂ, ਸੇਵਾ ਵਾਲੇ ਪਾਸੇ ਲੱਗ ਗਿਆ। ਹਿਰਦੇ ਅੰਦਰ ਵਸ ਗਈ ਸੇਵਾ ਸਾਧ ਸੰਗਤ ਜੀ, ਤਨੋ ਮਨੋ ਧਨੋ। ਜਿਵੇਂ ਤੀਸਰੇ ਪਾਤਸ਼ਾਹ ਕਹਿੰਦੇ ਆ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਜਿਹੜਾ ਸਮਰਪਿਤ ਹੋ ਜਾਏ, ਉਹ ਤਨ ਮਨ ਧਨ ਕਰਕੇ ਹੋ ਜਾਏ, ਫਿਰ ਪਿੱਛੇ ਮੁੜ ਕੇ ਨਹੀਂ ਵੇਖਣਾ। ਸਾਧ ਸੰਗਤ ਜੀ, ਕੁਝ ਮਹੀਨਿਆਂ ਬਾਅਦ ਉਹਦਾ ਸਰੀਰ ਠੀਕ ਹੁੰਦਾ ਬਿਲਕੁਲ ਨਾਰਮਲ ਤੇ ਆ ਗਿਆ। ਜਦੋਂ ਜਾ ਕੇ ਫਿਰ ਰਿਪੋਰਟਾਂ ਕਰਾਈਆਂ, ਡਾਕਟਰ ਪੁੱਛਣ ਲੱਗੇ ਵੀ ਤੂੰ ਕਿਹੜੇ ਹਕੀਮ ਕੋਲੇ ਗਿਆ, ਕਿਹੜੇ ਵੈਦ ਕੋਲੇ ਗਿਆ, ਕਿੱਥੋਂ ਦਵਾਈ ਲਈ ਹੈ, ਸਾਨੂੰ ਤਾਂ ਦੱਸ। ਸਾਡੀਆਂ ਮਸ਼ੀਨਾਂ ਕੁਝ ਹੋਰ ਕਹਿੰਦੀਆਂ ਨੇ, ਸਾਡੀ ਡਾਕਟਰੀ ਪੜ੍ਹਾਈ ਕੁਝ ਹੋਰ ਕਹਿੰਦੀ ਹੈ, ਤੇ ਹੋਇਆ ਕੁਝ ਹੋਰ ਹੈ। ਉਹ ਆਖਣ ਲੱਗਿਆ, ਮੇਰਾ ਵੈਦ ਤਾਂ ਬਸ ਇੱਕੋ ਹੀ ਹੈ, ਗੁਰੂ ਨਾਨਕ। ਮੈਨੂੰ ਸੇਧ ਦੇਣ ਵਾਲੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਮੇਰੇ ਤਾਂ ਉਹ ਵੈਦ ਨੇ। ਐਸੇ ਸਾਧ ਸੰਗਤ ਜੀ ਦੇਖੋ, ਬਚਨ ਇੱਕ ਤਾਂ ਹੁੰਦੀ ਹੈ ਆਪ ਮੁਹਾਰੇ ਕੀਤੀ ਹੋਈ ਸੇਵਾ, ਕਿਸੇ ਨੇ 1 ਘੰਟਾ ਕਰ ਲਈ, ਕਿਸੇ ਨੇ 2 ਘੰਟੇ। ਇੱਕ ਹੁੰਦੀ ਹੈ ਮਹਾਂਪੁਰਖਾਂ ਦੀ ਆਗਿਆ ਵਿੱਚ ਕੀਤੀ ਹੋਈ ਸੇਵਾ। ਭਾਈ ਤੂੰ ਇੱਥੇ ਖੜਨਾ ਹੈ, ਤੇਰੀ ਇਹ ਸੇਵਾ ਹੈ। ਤੇ ਜੇ ਖੜਨ ਦੀ ਸੇਵਾ ਲੱਗੀ, ਬਸ ਉੱਥੇ ਹੀ ਖੜਾ ਰਹੇ। ਜਿੱਥੇ ਡਿਊਟੀ ਲਾਤੀ, ਬਸ ਉੱਥੇ ਲੱਗੀ, ਉੱਥੇ ਕਰੀ ਜਾਵੇ। ਉਹ ਹੁੰਦੀ ਹੈ ਹੁਕਮ ਦੇ ਵਿੱਚ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਹੁਕਮ ਮੰਨ ਕੇ। ਹੁਣ ਸਾਧ ਸੰਗਤ ਜੀ, ਐਸੇ ਪੂਰੇ ਮਹਾਂਪੁਰਖ ਸੰਤ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਸਿੰਘ ਆ ਗਿਆ, ਅਨਪੜ੍ਹ ਸੀ, ਕੋਰਾ। ਉਹ ਕਹਿਣ ਲੱਗਿਆ, ਮਹਾਰਾਜ ਜੀ ਮੈਨੂੰ ਸਿੱਖੀ ਦੇ ਦਿਓ। ਕਹਿੰਦੇ, ਭਾਈ ਕਿੰਨਾ ਪੜ੍ਹਿਆ ਹੋਇਆ? ਕਹਿਣ ਲੱਗਿਆ, ਮਹਾਰਾਜ ਜੀ 1 ਅੱਖਰ ਵੀ ਨਹੀਂ ਪੜ੍ਹਿਆ ਮੈਂ ਤਾਂ। ਕਹਿਣ ਲੱਗੇ, ਫਿਰ ਪਹਿਲਾਂ ਪੜ੍ਹਾਈ ਕਰ। ਕਿਸੇ ਆਪਣੇ ਸਿੰਘ ਨੂੰ ਬੁਲਾਇਆ, ਪੜ੍ਹੇ ਹੋਏ ਵਿਦਵਾਨ ਨੂੰ, ਕਹਿੰਦੇ ਭਾਈ ਇਹਨੂੰ ਪੜ੍ਹਾਇਆ ਕਰ, ਗੁਰਬਾਣੀ ਦੀ ਸੰਥਿਆ ਸ਼ੁਰੂ ਕਰਾ ਦੇ। ਉਹ ਕੁਦਰਤੀ ਤੌਰ ਤੇ ਸਾਧ ਸੰਗਤ ਜੀ ਆਨੰਦ ਸਾਹਿਬ ਦੀ ਬਾਣੀ ਉਹ ਸਿੰਘ ਨੇ ਸ਼ੁਰੂ ਕਰਾਤੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਲ ਲੈ ਗਿਆ, ਪੰਕਤੀ ਸ਼ੁਰੂ ਕਰਾਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਇਹਦੀ ਸੰਥਿਆ ਹੋ ਗਈ, ਉਹ ਸਿੰਘ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਿਆ, ਭਾਈ ਹੋਰ ਨਹੀਂ ਪੜ੍ਹਨਾ? ਮਹਾਰਾਜ ਜੀ ਅੱਜ ਮੈਂ ਇੰਨਾ ਹੀ ਪੜ੍ਹਨਾ। ਉਹ ਸਿੰਘ ਨੂੰ ਪੜ੍ਹਾਉਣ ਵਾਲੇ ਨੂੰ ਆਖਿਆ, ਉਹ ਪੜ੍ਹਨ ਵਾਲੇ ਨੇ। ਸਾਧ ਸੰਗਤ ਜੀ, ਮੁੜ ਕੇ 6 ਮਹੀਨੇ ਬਤੀਤ ਹੋ ਕੇ ਪੜ੍ਹਨ ਵਾਸਤੇ ਆਇਆ ਹੀ ਨਹੀਂ। ਇੱਕ ਦਿਨ ਗੁਰੂ ਦਸਮ ਪਾਤਸ਼ਾਹ ਮਿਲ ਗਏ ਉਹ ਸਿੰਘ ਨੂੰ, ਜਿਹਨੂੰ ਪੜ੍ਹਾਉਣ ਦੀ ਡਿਊਟੀ ਲਾਈ ਸੀ। ਮਹਾਰਾਜ ਕਹਿਣ ਲੱਗੇ, ਭਾਈ ਸਿੰਘਾ, ਉਹ ਜਿਹੜਾ ਤੈਨੂੰ ਸਿੰਘ ਦਿੱਤਾ ਸੀ, ਪੜ੍ਹਾਉਣਾ ਹੁੰਦਾ ਉਹਨੂੰ?
ਕਹਿੰਦਾ ਮਹਾਰਾਜ ਜੀ ਉਹ ਤਾਂ ਇੱਕ ਦਿਨ ਪੜ੍ਹ ਕੇ ਚਲਿਆ ਗਿਆ, ਮੁੜ ਕੇ ਆਇਆ ਹੀ ਨਹੀਂ। ਕਹਿੰਦੇ ਅੱਛਾ ਇਹ ਗੱਲ ਹੈ? ਹਾਂ ਮਹਾਰਾਜ ਜੀ ਮੁੜ ਕੇ ਨਹੀਂ ਆਇਆ ਪੜ੍ਹਨ ਵਾਸਤੇ। ਕਹਿੰਦੇ ਫਿਰ ਲੱਭ ਕੇ ਲੈ ਕੇ ਆਓ ਉਹਨੂੰ, ਪੁੱਛੀਏ ਵੀ ਭਾਈ ਤੈਨੂੰ ਤਾਂ ਕਿਹਾ ਸੀ ਪੜ੍ਹ। ਜਦੋਂ ਲੱਭ ਕੇ ਲੈ ਕੇ ਆਂਦਾ ਨਾ, ਮਹਾਰਾਜ ਕਹਿਣ ਲੱਗੇ ਭਾਈ ਕੀ ਗੱਲ? ਕਹਿੰਦਾ ਮਹਾਰਾਜ ਜੀ ਮੈਂ ਤਾਂ ਪੜ੍ਹ ਲਿਆ ਜੋ ਕੁਝ ਪੜ੍ਹਨਾ ਸੀ। ਸਾਧ ਸੰਗਤ ਜੀ, ਮਹਾਰਾਜ ਨੇ ਪੁੱਛਿਆ ਵੀ ਕਿਉਂ ਨਹੀਂ ਪੜ੍ਹਿਆ? ਕਹਿੰਦਾ ਮਹਾਰਾਜ ਜੀ ਦੇਖੋ ਤੁਹਾਡੇ ਵਰਗਾ ਗੁਰੂ ਮਿਲ ਜੇ। ਮਹਾਰਾਜ ਨੇ ਆਖਿਆ ਨਾ ਮੈਂ ਉਦਣ ਪੜ੍ਹਿਆ, ਅੱਜ ਤੋਂ 6 ਮਹੀਨੇ ਪਹਿਲਾਂ ਇਹਨਾਂ ਨੇ ਪੜ੍ਹਾਇਆ ਮੈਨੂੰ। ਕਹਿੰਦੇ ਮੈਂ ਪੜ੍ਹ ਕੇ ਹਿਰਦੇ ਅੰਦਰ ਵਿਚਾਰ ਕੀਤੀ ਵੀ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਕਹਿੰਦਾ ਹੁਣ ਆਨੰਦ ਬਣ ਗਿਆ, ਸਤਿਗੁਰੂ ਮਿਲ ਗਿਆ, ਹੋਰ ਕੀ ਲੋੜ ਹੈ? ਸਤਿਗੁਰੂ ਤੁਹਾਡੇ ਵਰਗਾ ਮਿਲ ਜੇ, ਆਨੰਦ ਹੀ ਆਨੰਦ ਹੈ, ਹੋਰ ਕੀ ਤੋਂ ਕਿਸੇ ਤੋਂ ਕੀ ਲੈਣਾ? ਸੇਵਾ ਕਰਨ ਲੱਗੇ ਉੱਠਦੇ ਬਹਿੰਦੇ ਇਹੀ ਪੜ੍ਹੀ ਜਾਵੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਉੱਠਿਆ ਕਰੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਤੁਰਿਆ ਕਰੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਹਾਰਾਜ ਖੁਸ਼ ਹੋ ਗਏ, ਕਹਿਣ ਲੱਗੇ ਭਾਈ ਦੁਨੀਆ ਦੇ ਲੋਕ ਤਾਂ ਪੜ੍ਹਦੇ ਆ ਪਰ ਸਮਝਿਆ ਤੂੰ ਹੈ। ਕਈ ਤਾਂ ਪੜ੍ਹ ਕੇ ਛੱਡ ਦਿੰਦੇ ਨੇ, ਕਈ ਪਾਠ ਕਰ ਦਿੰਦੇ ਨੇ, ਪਰ ਸਮਝਣ ਵਾਲਾ ਤੂੰ ਹੈ, ਤੇਰੇ ਹਿਰਦੇ ਅੰਦਰ ਵਸ ਗਈ ਹੈ। ਮਹਾਰਾਜ ਕਹਿੰਦੇ ਆ ਨਾ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਉਹ ਕਹਿੰਦੇ ਤੂੰ ਤਾਂ ਨਿਹਾਲ ਹੋ ਗਿਆ। ਦੁਨੀਆ ਦੇ ਲੋਕ ਤਾਂ ਪੜ੍ਹਦੇ ਆ ਪਰ ਵਿਚਾਰਿਆ ਤੂੰ ਹੈ, ਵਿਚਾਰਵਾਨ ਕੋਈ ਕੋਈ। ਇਸੇ ਤਰ੍ਹਾਂ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਹਿਰਦੇ ਅੰਦਰ ਵੀ ਵਸ ਜਾਂਦੀ ਹੈ। ਕਿਉਂ ਨਿਹਾਲ? ਆਪਾਂ ਨਿਹਾਲ ਹੀ ਹੋ ਰਹੇ ਹਾਂ ਇੱਥੇ ਬੈਠੇ ਮਹਾਰਾਜ ਦੀ ਯਾਦ ਮਨਾ ਕੇ। ਹੋਰ ਕੀ ਹੈ ਸਾਧ ਸੰਗਤ ਜੀ? ਸਤਿਗੁਰਾਂ ਦੀ ਪਵਿੱਤਰ ਬਾਣੀ, ਐਨੇ ਮਹਾਂਪੁਰਖਾਂ ਦੇ ਦਰਸ਼ਨ ਹੋ ਗਏ। ਦੇਖੋ ਰਾੜਾ ਸਾਹਿਬ ਤੋਂ ਉੱਥੋਂ ਦੇ ਮੁੱਖ ਕਥਾਵਾਚਕ ਸਾਡੇ ਵਿਦਿਆ ਗੁਰੂ ਬਾਬਾ ਅਮਰ ਸਿੰਘ ਜੀ, ਸੰਤ ਬਾਬਾ ਅਮਰ ਸਿੰਘ ਜੀ ਆਏ ਹੋਏ ਨੇ। ਧਵਲਾਨ ਅਸਥਾਨ ਤੋਂ ਸੰਤ ਬਾਬਾ ਰੋਸ਼ਨ ਸਿੰਘ ਜੀ, ਸੰਤ ਮਹਾਰਾਜ ਦੇ ਜਨਮ ਸਥਾਨ ਤੋਂ ਬਾਬਾ ਗੁਰਮੁਖ ਸਿੰਘ ਜੀ, ਹੋਰ ਮਹਾਂਪੁਰਖ ਸੰਧੂਆਂ ਵਾਲੇ ਬਾਬਾ ਪਰਮਜੀਤ ਸਿੰਘ ਉਹ ਵੀ ਆਏ ਹੋਏ ਨੇ। ਹੋਰ ਕਿੰਨੇ ਮਹਾਂਪੁਰਖ। ਆਪਾਂ ਹੁਣ ਬਾਣੀ ਸਰਵਣ ਕੀਤੀ ਹੈ, ਕਥਾ ਸਰਵਣ ਕੀਤੀ ਹੈ, ਆਪਾਂ ਨਿਹਾਲ ਹੀ ਹੋਏ ਆ ਨਾ ਸਾਰੇ। ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਸਾਰੇ ਕਿੰਨੇ ਨਿਹਾਲ ਹੋ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਰਪ੍ਰਸਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗਾ ਸਤਿਗੁਰੂ ਹੋਵੇ, ਫਿਰ ਦੱਸੋ ਹੋਰ ਕਿਤੇ ਜਾਣ ਦੀ ਲੋੜ ਹੈ? ਮਹਾਰਾਜ 10ਵੇਂ ਪਾਤਸ਼ਾਹ ਖੁਸ਼ ਹੋ ਗਏ, ਕਹਿੰਦੇ ਭਾਈ ਤੂੰ ਤਾਂ ਨਿਹਾਲ ਹੋ ਗਿਆ, ਤੇਰੇ ਹਿਰਦੇ ਅੰਦਰ ਤਾਂ ਵਸ ਗਈ ਬਾਣੀ। ਇੱਕੋ ਪੰਕਤੀ ਪੜ੍ਹੀ ਹੈ, ਹੋਰ ਤੈਨੂੰ ਕੋਈ ਪੜ੍ਹਨ ਦੀ ਲੋੜ ਨਹੀਂ, ਤੂੰ ਤਾਂ ਨਿਹਾਲ ਹੈ। ਇਸੇ ਕਰਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਐਸੇ ਮਹਾਂਪੁਰਖਾਂ ਦੀ ਬਾਬਤ 10ਵੇਂ ਪਾਤਸ਼ਾਹ ਨੇ ਆਖਿਆ, ਕਹਿੰਦੇ ਤੂੰ ਤਾਂ ਮਹਾਂਪੁਰਖ ਹੈ, ਤੂੰ ਤਾਂ ਸੰਤ ਹੈ, ਤੂੰ ਹਿਰਦੇ ਅੰਦਰ ਵਸਾ ਲਈ ਹੈ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਆਓ ਸਾਧ ਸੰਗਤ ਜੀ, ਐਸੇ ਪੂਰੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਦੀ ਵਡਿਆਈ ਆਪਾਂ ਕਰ ਨਹੀਂ ਸਕਦੇ, ਬਹੁਤ ਵੱਡੀ ਹੈ। ਜਿੱਡਾ ਵੱਡਾ ਵਾਹਿਗੁਰੂ ਦਾ ਨਾਮ ਹੈ, ਉਹਨੂੰ ਜਪਣ ਵਾਲੇ ਵੀ ਓਡੇ ਹੀ ਵੱਡੇ ਹੁੰਦੇ ਨੇ, ਉਹਨਾਂ ਦੀ ਮਹਿਮਾ ਵੀ ਉਤਨੀ ਹੀ ਵੱਡੀ ਹੈ। ਆਓ ਇਸ ਕਰਕੇ ਭਾਈ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਵੀ ਜੁੜ ਜਾਣਾ। ਜੁੜਨ ਵਰਗਾ ਪੁੰਨ ਹੁੰਦਾ ਹੀ ਨਹੀਂ ਕੋਈ, ਟੁੱਟਣ ਵਰਗਾ ਪਾਪ ਨਹੀਂ ਹੁੰਦਾ। ਜੁੜ ਆਪਾਂ ਜਿਸ ਮਰਜ਼ੀ ਤਰੀਕੇ ਨਾਲ ਜਾਈਏ, ਪਰ ਜੁੜ ਜਾਈਏ। ਜੁੜਨ ਦਾ ਤਰੀਕਾ ਕਿਹੜਾ ਹੈ? ਸਤਸੰਗ ਦੇ ਵਿੱਚ ਆਉਣਾ,
ਸੇਵਾ ਕਰਨੀ, ਜਿਹੜੇ ਬਚਨ ਹੋਏ ਨੇ ਉਹਨਾਂ ਨੂੰ ਹਿਰਦੇ ਅੰਦਰ ਧਾਰਨ ਕਰਨਾ। ਜੇ 100 ਬਚਨ ਹੋ ਗਿਆ, ਕੱਲ ਪਰਸੋਂ ਦਾ ਆਪਾਂ 100 ਬਚਨ ਮੰਨ ਲਓ ਵੀ ਸੁਣ ਲਿਆ, 100 ਦੇ ਵਿੱਚੋਂ ਇੱਕ ਵੀ ਹਿਰਦੇ ਅੰਦਰ ਰਹਿ ਗਿਆ, ਆਪਣਾ ਸਮਾਗਮ ਸਫਲਾ ਹੋ ਜਾਊਗਾ। ਇਸ ਕਰਕੇ ਗੱਲ ਹੈ ਬਚਨ ਨੂੰ ਸੁਣ ਕੇ ਮੰਨਣ ਦੀ। ਗੁਰੂ ਨਾਨਕ ਦੇਵ ਜੀ ਤੋਂ ਪੁੱਛੋ, ਮਹਾਰਾਜ ਕੀ ਕਹਿੰਦੇ ਨੇ? ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜਿਨ੍ਹਾਂ ਨੇ ਪਹਿਲਾਂ ਸੁਣਿਆ ਫਿਰ ਮੰਨਿਆ, ਭੈ ਧਾਰਨ ਕਰਕੇ ਆਪਣੇ ਹਿਰਦੇ 'ਚ ਅਪਲਾਈ ਕੀਤਾ, ਉਹਨਾਂ ਦਾ ਅੰਤਰਾਤਮਾ ਹੀ ਇਸ਼ਨਾਨ ਹੋ ਜਾਂਦਾ। ਫਿਰ ਅੰਤਰਗਤ ਤੀਰਥ ਮਲ ਨਾਓ, ਬਾਹਰੋਂ ਫਿਰ ਮਲ ਮਲ ਕੇ ਨਹਾਉਣ ਦੀ ਲੋੜ ਨਹੀਂ ਹੁੰਦੀ। ਇਸ ਕਰਕੇ ਸਾਧ ਸੰਗਤ ਜੀ, ਸਭ ਤੋਂ ਵੱਡੀ ਕਿਰਪਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣਾ, ਗੁਰੂ ਦੇ ਬਣ ਜਾਣਾ ਤੇ ਗੁਰੂ ਨੂੰ ਆਪਣਾ ਬਣਾ ਲੈਣਾ, ਫੇਰ ਹੀ ਖੁਸ਼ੀ ਮਿਲਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਹਿਰਦੇ ਅਜੇ ਵਿਚਾਰਾਂ ਹੋਈਆਂ ਨੇ, ਆਪਣੇ ਹਿਰਦੇ ਅੰਦਰ ਵਸ ਜਾਣ। ਸਾਰੇ ਮਹਾਂਪੁਰਖਾਂ ਦਾ ਆਉਣਾ ਵੀ ਸਫਲਾ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਰਪ੍ਰਸਤੀ ਵਿੱਚ ਕੀਤੇ ਸਮਾਗਮ ਵੀ ਸਫਲੇ ਹੋਣ। ਸਾਰੇ ਮਹਾਂਪੁਰਖਾਂ ਦਾ, ਸਾਰੇ ਪ੍ਰਬੰਧਕਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਖਾਂ ਦਾ, ਇੱਥੋਂ ਆਗਰੇ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਸਮੇਂ ਦੀ ਅੱਗੇ ਇਜਾਜ਼ਤ ਨਹੀਂ, ਸਾਰੀ ਸੰਗਤ ਗੁਰਸਤੋਤਰ ਪੜ੍ਹੋ। ਆਨੰਦ ਸਾਹਿਬ ਦਾ ਪਾਠ ਕਰਾਂਗੇ, ਫਿਰ ਅਰਦਾਸ ਵਿੱਚ ਜੁੜਨਾ ਜੀ। ਫਿਰ ਗੁਰੂ ਸਾਹਿਬ ਜੀ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਸਾਰਿਆਂ ਨੇ ਲੰਗਰ ਪ੍ਰਸ਼ਾਦ ਛਕ ਕੇ ਜਾਣਾ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਜੀ। ਆਓ ਸਾਰੇ ਇੱਕ ਮਨ ਚਿੱਤ ਹੋ ਕੇ ਗੁਰਸਤੋਤਰ 'ਚ ਹਾਜ਼ਰੀ ਲਵਾ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਰਜਨ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ਼੍ਰੀ ਹਰਿ ਰਾਏ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਤੇਗ ਬਹਾਦਰ, ਧੰਨ ਹੈ।
ਧਨ ਹੈ, ਧਨ ਹੈ, ਧਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਧਨ ਹੈ, ਧਨ ਹੈ, ਧਨ ਹੈ, ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ, ਧਨ ਹੈ, ਧਨ ਹੈ, ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕਿਸ਼ਨਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੁਮ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਕਰ ਸ਼ਾਂਤ
ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹੈ ਨਾਨਕ ਤੈ ਸੁਖੋ, ਆਦਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਸਲੋਕ ਪਵਨ ਗੁਰੂ ਪਾਣੀ। ਪਿਤਾ ਮਾਤਾ ਧਰਤ ਮਹਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ